ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਇੱਕ ਨਵੀਂ ਸਟੋਰੀ। ਹਰਸ਼ ਨੇ ਟਾਈਮ ਵੇਖਿਆ ਕਿ ਸਵੇਰ ਦੇ 7 ਵਜੇ ਹੋਏ ਸੀ। ਉਸਨੇ ਫੋਨ ਚੁੱਕਿਆ ਤੇ ਆਵਾਜ਼ ਆਈ ਕਿ ਅਸੀਂ ਥਾਣੇ ਤੋਂ ਬੋਲ ਰਹੇ ਹਾਂ। ਇੱਕ ਔਰਤ ਰੇਲ ਗੱਡੀ ਦੇ ਨੀਚੇ ਆ ਕੇ ਮਰ ਗਈ ਹੈ। ਉਸਦੇ ਫੋਨ ਦੇ ਵਿੱਚ ਲਾਸਟ ਕਾਲ ਤੇ ਤੁਹਾਡਾ ਨੰਬਰ ਸੀ। ਇਸ ਦੇ ਲਈ ਤੁਹਾਨੂੰ ਫੋਨ ਕੀਤਾ ਗਿਆ ਹੈ। ਹਰਸ਼ ਇਹ ਸੁਣ ਕੇ ਹੱਕਾ ਬੱਕਾ ਰਹਿ ਗਿਆ ਕਿ ਰਾਤ ਹੀ ਤਾਂ ਮਾਸੀ ਜੀ ਦਾ ਫੋਨ ਆਇਆ ਸੀ। ਕਾਫੀ ਜ਼ਿਆਦਾ ਦੁੱਖ ਭਰੀਆਂ ਗੱਲਾਂ ਕਰ ਰਹੀ ਸੀ। ਕੱਲ੍ਹ ਜੋ ਵੀ ਘਰ ਵਿੱਚ ਹੋਇਆ ਉਹ ਸਭ ਕੁਝ ਦੱਸ ਰਹੀ ਸੀ। ਆਵਾਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋ ਰਹੀ ਸੀ। ਪਰ ਹਰਸ਼ ਕਾਫੀ ਜ਼ਿਆਦਾ ਥੱਕਿਆ ਹੋਇਆ ਸੀ। ਇਸ ਦੇ ਲਈ ਉਸਨੇ ਕਹਿ ਦਿੱਤਾ, ਮਾਸੀ ਜੀ ਕੱਲ੍ਹ ਤੁਹਾਡੇ ਘਰ ਆ ਕੇ ਸਾਰੀ ਗੱਲਬਾਤ ਕਰਾਂਗਾ। ਪਰ ਹੁਣ ਫੋਨ ਸੁਣਦਿਆਂ ਹੀ ਜਲਦੀ ਉਹ ਥਾਣੇ ਚਲਾ ਗਿਆ। ਲਾਸ਼ ਉੱਥੇ ਹੀ ਰੱਖੀ ਹੋਈ ਸੀ। ਉਸਨੇ ਮਾਸੜ ਜੀ ਨੂੰ ਫੋਨ ਕੀਤਾ ਜੋ ਬਿਜਲੀ ਬੋਰਡ ਦੇ ਵਿੱਚ ਨੌਕਰੀ ਕਰਦੇ ਸੀ। 2 ਸਾਲ ਪਹਿਲਾਂ ਹੀ ਰਿਟਾਇਰ ਹੋਏ ਸੀ। ਮਾਸੜ ਜੀ ਨੂੰ ਤਾਂ ਇੱਦਾਂ ਲੱਗਿਆ ਜਿਵੇਂ ਉਸਨੂੰ ਇਹ ਗੱਲ ਸੁਣ ਕੇ ਸੱਪ ਜਿਹਾ ਹੀ ਸੁੰਘ ਗਿਆ ਹੋਵੇ। ਮੈਂ ਆਉਂਦਾ ਹਾਂ, ਇਹ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ। ਹਰਸ਼ ਸਾਹਮਣੇ ਪਈ ਬੈਂਚ 'ਤੇ ਬੈਠ ਗਿਆ ਤੇ ਉਸਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਉਣ ਲੱਗੇ ਤੇ ਉਹ ਸੋਚਣ ਲੱਗ ਪਿਆ ਕਿ ਮਾਸੀ ਮਾਂ ਦੀ ਸਭ ਤੋਂ ਲਾਡਲੀ ਭੈਣ ਸੀ। ਉਹਨਾਂ ਨਾਲੋਂ 6 ਸਾਲ ਛੋਟੀ ਸੀ। ਹਰਸ਼ ਵੀ ਆਪਣੀ ਮਾਸੀ ਦੀ ਬਹੁਤ ਇੱਜ਼ਤ ਕਰਦਾ ਸੀ। ਹਰਸ਼ ਸੋਚਾਂ ਦੇ ਵਿੱਚ ਡੁੱਬ ਗਿਆ ਕਿ ਮਾਂ ਦੱਸਦੀ ਹੁੰਦੀ ਸੀ ਕਿ ਉਸਦੇ ਜਨਮ ਤੋਂ ਬਾਅਦ ਜਦੋਂ ਉਸਦੀ ਮਾਸੀ ਦਾ ਜਨਮ ਹੋਇਆ ਤਾਂ ਘਰ ਵਿੱਚ ਸੋਗ ਦੀ ਲਹਿਰ ਫੈਲ ਗਈ, ਕਿਉਂਕਿ ਸਭ ਨੂੰ ਮੁੰਡੇ ਦੀ ਉਮੀਦ ਸੀ। ਉਹਨਾਂ ਦੇ ਜਨਮ ਤੋਂ ਪਹਿਲਾਂ ਕਈ ਕੁੜੀਆਂ ਪੇਟ ਵਿੱਚ ਹੀ ਮਾਰ ਦਿੱਤੀਆਂ ਗਈਆਂ। ਇਸ ਵਾਰ ਚੈੱਕ ਕਰਵਾਉਣ 'ਤੇ ਮੁੰਡਾ ਦੱਸਿਆ ਗਿਆ, ਪਰ ਹੋਈ ਕੁੜੀ। ਕਿਸੇ ਨੂੰ ਵੀ ਇਹ ਬਰਦਾਸ਼ਤ ਨਾ ਹੋਇਆ। ਘਰ ਦੇ ਵਿੱਚ ਸ਼ਗਨਾਂ ਦੀ ਜਗ੍ਹਾ 'ਤੇ ਮਾਤਮ ਛਾ ਗਿਆ। ਉਸਨੂੰ ਕਦੇ ਵੀ ਮਾਂ-ਬਾਪ ਨੇ ਪਿਆਰ ਨਹੀਂ ਕੀਤਾ ਸੀ, ਬਲਕਿ ਛੋਟੀਆਂ-ਛੋਟੀਆਂ ਗਲਤੀਆਂ 'ਤੇ ਹਮੇਸ਼ਾ ਉਸਦੀ ਮਾਰ ਕੁਟਾਈ ਹੀ ਹੁੰਦੀ ਸੀ। ਮਾਂ ਪਹਿਲਾਂ ਬੱਚਾ ਸੀ, ਇਸ ਦੇ ਲਈ ਉਸਨੂੰ ਸਾਰਿਆਂ ਦਾ ਪਿਆਰ ਮਿਲਿਆ। ਬਾਅਦ ਦੇ ਵਿੱਚ ਕਈ ਸਫਾਈਆਂ ਕਰਵਾਉਣ ਤੋਂ ਬਾਅਦ ਛੋਟਾ ਭਰਾ ਹੋਇਆ ਤੇ ਇਸ ਤੋਂ ਬਾਅਦ ਉਹਨਾਂ ਦੀ ਹਾਲਤ ਹੋਰ ਵੀ ਖਰਾਬ ਹੋ ਗਈ। ਇੱਕ ਨੌਕਰਾਨੀ ਦੀ ਤਰ੍ਹਾਂ ਹੀ ਉਸਦੀ ਹਾਲਤ ਹੋ ਗਈ। ਸਕੂਲ ਤਾਂ ਭੇਜਿਆ ਜਾਂਦਾ ਸੀ, ਪਰ ਪੜ੍ਹਾਈ ਲਈ ਕੋਈ ਵੀ ਸੁੱਖ ਸੁਵਿਧਾ ਨਹੀਂ ਸੀ ਦਿੱਤੀ ਜਾਂਦੀ। ਸਕੂਲ ਜਾਣ ਤੋਂ ਪਹਿਲਾਂ ਵੀ ਕੰਮ ਹੀ ਕੰਮ ਅਤੇ ਸਕੂਲ ਆਉਣ ਤੋਂ ਬਾਅਦ ਵੀ ਉਸਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਸੀ। ਸਿਰਫ ਮਾਂ ਹੀ ਘਰ ਦੇ ਵਿੱਚ ਉਸਨੂੰ ਪਿਆਰ ਕਰਦੀ ਸੀ। ਮਾਂ ਦੱਸਦੀ ਹੁੰਦੀ ਸੀ ਕਿ ਇੱਕ ਵਾਰ ਮਾਸੀ ਨੇ ਭੁੱਖ ਲੱਗਣ 'ਤੇ ਭਰਾ ਦੇ ਲਈ ਰੱਖੀਆਂ ਹੋਈਆਂ ਸੇਬ ਦਾ ਖਾ ਲਿਆ। ਫਿਰ ਤਾਂ ਉਸ ਨੂੰ ਇੰਨਾ ਜ਼ਿਆਦਾ ਕੁੱਟਿਆ ਗਿਆ ਕਿ ਮਾਸੀ ਨੇ ਗੁੱਸੇ ਵਿੱਚ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਉਹ ਤਾਂ ਮਾਂ ਨੇ ਦੇਖ ਲਿਆ। ਪੁਲਿਸ ਦੇ ਡਰ ਤੋਂ ਕਿਵੇਂ ਨਾ ਕਿਵੇਂ ਉਸ ਨੂੰ ਬਚਾ ਲਿਆ ਗਿਆ। ਮਾਂ ਦੇ ਵਿਆਹ ਤੋਂ ਬਾਅਦ ਤਾਂ ਮਾਸੀ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋ ਗਈ ਸੀ। 16 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਦਾ ਵਿਆਹ ਇਸ ਸ਼ਹਿਰ ਦੇ ਵਿੱਚ ਕਰ ਦਿੱਤਾ ਗਿਆ। ਪਰ ਇੱਥੇ ਵੀ ਮਾਸੀ ਜੀ ਦੀ ਮਾੜੀ ਕਿਸਮਤ ਨੇ ਉਹਨਾਂ ਦਾ ਪਿੱਛਾ ਨਾ ਛੱਡਿਆ। ਬਹੁਤ ਹੀ ਤੇਜ਼ ਤਰਾਰ ਸੱਸ ਤੇ ਵਿਧਵਾ ਨਨਾਣ ਹੀ ਘਰ ਵਿੱਚ ਚੱਲਦੀ ਸੀ ਤੇ ਮਾਸੜ ਜੀ ਵੀ ਉਹਨਾਂ ਦੇ ਪਿੱਛੇ ਹੀ ਲੱਗੇ ਦੇ ਸੀ। ਮਾਸੀ ਜੀ ਚੁੱਪਚਾਪ ਦਿਨ ਰਾਤ ਉਹਨਾਂ ਦੀ ਸੇਵਾ ਵਿੱਚ ਲੱਗੀ ਰਹਿੰਦੀ ਸੀ। ਵਿਆਹ ਤੋਂ ਬਾਅਦ ਪੇਕਿਆਂ ਨੇ ਵੀ ਉਸ ਨਾਲ ਕੋਈ ਰਿਸ਼ਤਾ ਨਾ ਰੱਖਿਆ। ਬਸ ਕਦੀ ਮਾਂ ਨਾਲ ਮੇਲ ਮਿਲਾਪ ਹੋ ਜਾਂਦਾ ਸੀ ਅਤੇ ਆਪਣੇ ਦੁੱਖ ਸੁੱਖ ਸਾਂਝੇ ਕਰ ਲੈਂਦੀ ਸੀ। ਹਰਸ਼ ਵੀ ਕੋਲ ਬੈਠਾ ਸਾਰੀਆਂ ਗੱਲਾਂ ਸੁਣਦਾ ਰਹਿੰਦਾ ਸੀ। ਛੋਟਾ ਹੋਣ ਦੇ ਕਾਰਨ ਉਸਨੂੰ ਜ਼ਿਆਦਾ ਗੱਲਾਂ ਸਮਝ ਨਹੀਂ ਸੀ ਆਉਂਦੀਆਂ, ਪਰ ਮਾਸੀ ਦੇ ਜੋ ਹੰਝੂ ਸੀ ਉਸਨੂੰ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਸੀ। ਆਪਣੇ ਹੱਥਾਂ ਦੇ ਨਾਲ ਆਪਣੀ ਮਾਸੀਆਂ ਦੇ ਹੰਝੂ ਪਹੁੰਚ ਦਿੰਦਾ ਤੇ ਮਾਸੀ ਵੀ ਉਸਨੂੰ ਆਪਣੇ ਗਲੇ ਦੇ ਨਾਲ ਲਗਾ ਲੈਂਦੀ, ਕਿਉਂਕਿ ਮਾਸੀ ਵੀ ਉਸਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਮਾਂ ਦੱਸਦੀ ਹੁੰਦੀ ਸੀ ਕਿ ਇੱਕ ਵਾਰ ਮਾਸੀ ਜੀ ਨੇ ਹੱਤਿਆਚਾਰਾਂ ਤੋਂ ਤੰਗ ਆ ਕੇ ਜਾਨ ਦੇਣ ਬਾਰੇ ਸੋਚਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਗਰਭਵਤੀ ਹੈ। ਉਸ ਦਿਨ ਤੋਂ ਉਹ ਖੁਸ਼ ਰਹਿਣ ਲੱਗੀ। ਉਸਨੂੰ ਇਹ ਮਹਿਸੂਸ ਹੋਣ ਲੱਗਿਆ ਕਿ ਕੋਈ ਤਾਂ ਉਸਦਾ ਆਪਣਾ ਆਉਣ ਵਾਲਾ ਹੈ ਜੋ ਉਸਦੀ ਕਦਰ ਕਰੇਗਾ।
ਉਸ ਨੂੰ ਸਮਝੇਗਾ। ਅਤੇ ਫਿਰ 1 ਸਾਲ ਬਾਅਦ ਅਰਮਾਨ ਉਹਨਾਂ ਦੇ ਘਰ ਪੈਦਾ ਹੋਇਆ ਅਤੇ ਉਹਨਾਂ ਦੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਗਈ। ਸੱਸ ਦੀਆਂ ਚਲਾਕੀਆਂ, ਪਤੀ ਦੀ ਦੁਰਵਿਵਹਾਰ ਜਾਂ ਫਿਰ ਨਨਾਣ ਦੀਆਂ ਮਨਮਾਨੀਆਂ ਹੁਣ ਉਸ ਨੂੰ ਕੁਝ ਵੀ ਬੁਰਾ ਨਹੀਂ ਸੀ ਲੱਗਦਾ। ਉਹ ਤਾਂ ਆਪਣੀ ਖੁਸ਼ੀ ਦੇ ਵਿੱਚ ਮਗਨ, ਜਿਵੇਂ ਕਿ ਦੂਜੀ ਦੁਨੀਆ ਦੇ ਵਿੱਚ ਹੀ ਰਹਿਣ ਲੱਗ ਪਈ ਹੋਵੇ। ਉਸ ਦੇ ਬੱਚੇ ਬਹੁਤ ਹੀ ਹੁਸ਼ਿਆਰ ਨਿਕਲੇ। ਲੜਕਾ ਬੈਂਕ ਅਫਸਰ ਅਤੇ ਬੇਟੀ ਇੰਜੀਨੀਅਰ ਬਣ ਗਈ। ਬੇਟੀ ਦਾ ਵਿਆਹ ਨੌਕਰੀ ਲੱਗਣ ਦੇ ਨਾਲ ਹੀ ਕਰ ਦਿੱਤਾ। ਉਹ ਆਪਣੇ ਘਰ ਵਿੱਚ ਖੁਸ਼ ਸੀ। ਨੌਕਰੀ ਅਤੇ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਉਹ ਬਹੁਤ ਤਰ੍ਹਾਂ ਵਿਅਸਤ ਹੋ ਚੁੱਕੀ ਸੀ। ਮਾਸੀ ਵੀ ਉਸ ਨੂੰ ਕੁਝ ਦੱਸ ਕੇ ਦੁਖੀ ਨਹੀਂ ਸੀ ਕਰਨਾ ਚਾਹੁੰਦੇ। ਮਾਸੀ ਨੂੰ ਵੀ ਬਹੁਤ ਵੱਡਾ ਝਟਕਾ ਲੱਗਾ ਜਦੋਂ ਇਹ ਪਤਾ ਲੱਗਾ ਕਿ ਉਸ ਦੀ ਵੱਡੀ ਭੈਣ ਹਰਸ਼ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਹੈ। ਇਹ ਸੁਣ ਕੇ ਉੱਚੀ ਉੱਚੀ ਰੋਣ ਲੱਗ ਪਈ ਅਤੇ ਕਹਿੰਦੀ, ਹੁਣ ਮੈਂ ਬਿਲਕੁਲ ਅਨਾਥ ਹੋ ਚੁੱਕੀ ਹਾਂ। ਹਰਸ਼ ਵੀ ਉਸ ਟਾਈਮ ਬਿਲਕੁਲ ਟੁੱਟ ਗਿਆ ਸੀ, ਪਰ ਉਸਨੇ ਆਪਣੀ ਮਾਸੀ ਨੂੰ ਗਲੇ ਨਾਲ ਲਗਾ ਕੇ ਕਿਹਾ ਸੀ, ਤੁਸੀਂ ਰੋਵੋ ਨਾ, ਮੈਂ ਤੁਹਾਡੇ ਨਾਲ ਹਾਂ। ਉਹਨਾਂ ਨੇ ਹੀ ਆਪਣੇ ਵਿਆਹ ਵਿੱਚ ਮਾਸੀ ਨੂੰ ਫੋਨ ਲੈ ਕੇ ਦਿੱਤਾ ਸੀ, ਜੋ ਕਿ ਦਿਲ ਕਰੇ ਉਸ ਨਾਲ ਗੱਲ ਕਰ ਸਕੇ। ਅਰਮਾਨ ਨੇ ਵੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ। ਮਾਸੜ ਜੀ ਤਾਂ ਬਿਲਕੁਲ ਵੀ ਤਿਆਰ ਨਹੀਂ, ਬਲਕਿ ਉਹਨਾਂ ਨੂੰ ਕੁੜੀ ਤੇ ਉਹਨਾਂ ਦਾ ਪਰਿਵਾਰ ਬਿਲਕੁਲ ਵੀ ਵਧੀਆ ਨਾ ਲੱਗਾ। ਪਰ ਫਿਰ ਵੀ ਅਰਮਾਨ ਦੀ ਖੁਸ਼ੀ ਦੇ ਲਈ ਬੜੇ ਚਾਵਾਂ ਦੇ ਨਾਲ ਨੂੰਹ ਨੂੰ ਘਰ ਲੈ ਕੇ ਆਈ। ਪਰ ਸ਼ਾਇਦ ਇੱਥੇ ਵੀ ਉਹਨਾਂ ਦੀ ਕਿਸਮਤ ਧੋਖਾ ਕਰ ਗਈ। ਨੂੰਹ ਦੇ ਪਿਓ ਦਾ ਵੀ ਕੋਈ ਕਾਰੋਬਾਰ ਨਹੀਂ ਸੀ ਅਤੇ ਭਰਾ ਵੀ ਵਿਹਲੜ ਸੀ। ਉਹ ਹਮੇਸ਼ਾ ਘਰ ਹੀ ਡੇਰਾ ਲਾਈ ਰੱਖਦੇ ਅਤੇ ਨੂੰਹ ਨੂੰ ਭੜਕਾਉਂਦੇ ਰਹਿੰਦੇ। ਨੂੰਹ ਨੂੰ ਵੀ ਹਰ ਵੇਲੇ ਠੰਡਾ ਬੁਖਾਰ ਹੀ ਹੋਇਆ ਰਹਿੰਦਾ ਅਤੇ ਮਾਸੀ ਵਿਚਾਰੀ ਦਿਨ ਰਾਤ ਕੰਮ ਕਰਦੀ ਰਹਿੰਦੀ। ਅਰਮਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਰਮਾਨ ਦਾ ਜਵਾਬ ਸੁਣ ਕੇ ਮਾਸੀ ਹੱਕੀ ਬੱਕੀ ਰਹਿ ਗਈ। ਉਹ ਬੋਲਿਆ, ਇਹ ਕੀ ਹੋਇਆ ਮਾਂ, ਤੁਹਾਨੂੰ ਤਾਂ ਸਾਰੀ ਉਮਰ ਸਾਰਿਆਂ ਨਾਲ ਹੀ ਪ੍ਰੋਬਲਮ ਰਹੀ ਹੈ। ਪਹਿਲਾਂ ਆਪਣੇ ਮਾਂ-ਪਿਓ, ਫਿਰ ਸੱਸ ਨਨਾਣ ਅਤੇ ਹੁਣ ਨੂੰਹ ਦੇ ਨਾਲ। ਕਦੀ ਤਾਂ ਐਡਜਸਟਮੈਂਟ ਕਰਨਾ ਸਿੱਖ ਲਵੋ। ਪਾਪਾ ਨੂੰ ਵੀ ਇਸੇ ਲਈ ਤੁਹਾਡੇ ਨਾਲ ਸ਼ਿਕਾਇਤ ਰਹੀ ਹੈ। ਕੁਝ ਵੀ ਨਹੀਂ ਸਮਝਦੇ ਤੁਸੀਂ। ਇਹ ਸਭ ਸੁਣ ਕੇ ਮਾਸੀ ਤਾਂ ਅੰਦਰ ਹੀ ਘੁੱਟਦੀ ਰਹੀ। ਉਹਨਾਂ ਨੇ ਮਨ ਦੇ ਵਿੱਚ ਇਹ ਫੈਸਲਾ ਕਰ ਲਿਆ ਸੀ ਕਿ ਹੁਣ ਕਦੇ ਵੀ ਉਹ ਕਿਸੇ ਨੂੰ ਕੁਝ ਨਹੀਂ ਕਹਿਣਗੇ। ਜਦੋਂ ਨੂੰਹ ਦੇ ਘਰ ਬੱਚਾ ਹੋਣ ਵਾਲਾ ਸੀ ਤਾਂ ਮਾਸੀ ਲਈ ਸਭ ਤੋਂ ਮੁਸ਼ਕਿਲ ਟਾਈਮ ਸੀ। ਕੰਮ ਵੀ ਸਾਰਾ ਦਿਨ ਕਰਦੀ, ਉੱਪਰੋਂ ਨੂੰਹ ਦੇ ਇਲਜ਼ਾਮ ਕਿ ਮੈਂ ਇਹਨਾਂ ਨੂੰ ਖਾਂਦੀ ਪੀਂਦੀ ਵਧੀਆ ਨਹੀਂ ਲੱਗਦੀ। ਇਹ ਜਾਣ ਬੁੱਝ ਕੇ ਉਹੀ ਚੀਜ਼ ਖਵਾਉਂਦੇ ਆ ਜੋ ਮੈਂ ਨਹੀਂ ਖਾਂਦੀ। ਨੂੰਹ ਨੂੰ ਹੁਣ ਅਰਮਾਨ ਦੀਆਂ ਭੂਆ ਦੀ ਵੀ ਪੂਰੀ ਚੁੱਕਣਾ ਸੀ। ਮਾਸੀ ਤਾਂ ਖਾਣਾ ਬਣਾਉਣ ਤੋਂ ਪਹਿਲਾਂ ਆਪਣੀ ਨੂੰਹ ਤੋਂ ਪੁੱਛ ਕੇ ਆਉਂਦੀ ਸੀ ਕਿ ਉਸਨੇ ਕੀ ਖਾਣਾ ਹੈ। ਜੇਕਰ ਉਹ ਆਪਣੇ ਬੇਟੇ ਨੂੰ ਕੋਈ ਗੱਲ ਕਹਿੰਦੀ ਤਾਂ ਉਸਦਾ ਬੇਟਾ ਵੀ ਕਿਵੇਂ ਮੰਨਦਾ, ਕਿਉਂਕਿ ਹੁਣ ਉਸਨੂੰ ਵੀ ਇਹ ਲੱਗਦਾ ਸੀ ਕਿ ਉਸਦੀ ਮਾਂ ਦੇ ਵਿੱਚ ਹੀ ਪ੍ਰੋਬਲਮ ਹੈ, ਤਾਂ ਹੀ ਉਸਨੂੰ ਕੋਈ ਪਸੰਦ ਨਹੀਂ ਕਰਦਾ। ਨੂੰਹ ਦੀ ਮਾਂ ਲੋਕਲ ਉਸੇ ਸ਼ਹਿਰ ਦੇ ਵਿੱਚ ਰਹਿਣ ਦੇ ਕਾਰਨ ਰੋਜ਼ ਉਸਨੂੰ ਮਿਲਣ ਦੇ ਲਈ ਆ ਜਾਂਦੀ ਅਤੇ ਉਸਨੂੰ ਅਲੱਗ-ਅਲੱਗ ਚੀਜ਼ਾਂ ਖਾਣ ਦੇ ਲਈ ਸੱਸ ਦੱਸ ਜਾਂਦੀ। ਮਾਸੀ ਪੂਰਾ ਦਿਨ ਰਸੋਈ ਵਿੱਚ ਉਸਦੀਆਂ ਫਰਮਾਇਸ਼ਾਂ ਪੂਰੀਆਂ ਕਰਨ ਦੇ ਲਈ ਲੱਗੀ ਰਹਿੰਦੀ। ਕਦੀ ਜੂਸ, ਕਦੀ ਫਲ, ਕਦੀ ਡਰਾਈ ਫਰੂਟ, ਕਦੀ ਦੁੱਧ। ਇਹਨਾਂ ਦਿਨਾਂ ਦੇ ਵਿੱਚ ਹੀ ਅਰਮਾਨ ਦੀ ਟ੍ਰਾਂਸਫਰ ਹੋ ਗਈ। ਉਸਦਾ ਪਤੀ ਮਾਸੜ ਵੀ ਸਾਰਾ ਦਿਨ ਮੰਜੇ 'ਤੇ ਬੈਠਾ ਰਹਿੰਦਾ। ਮਾਸੀ ਚੁੱਪ-ਚਾਪ ਸਾਰਿਆਂ ਦੀਆਂ ਗੱਲਾਂ ਸੁਣ ਕੇ ਕੰਮ ਵਿੱਚ ਲੱਗੀ ਰਹਿੰਦੀ। ਪਰ ਜਿਸ ਦਿਨ ਦੁੱਧ ਵਰਗਾ ਪੋਤਰਾ ਘਰ ਦੇ ਵਿੱਚ ਆਇਆ ਤਾਂ ਮਾਸੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸਾਰੇ ਦੁੱਖ ਭੁੱਲ ਗਈ, ਖੁਸ਼ੀ ਦੇ ਵਿੱਚ ਸੁਪਨੇ ਦੇਖਣ ਲੱਗੀ। ਪਰ ਉਸ ਦੇ ਸੁਪਨੇ ਉਦੋਂ ਸਾਰੇ ਟੁੱਟ ਗਏ ਜਦੋਂ ਨੂੰਹ ਨੇ ਪੋਤਰੇ ਨੂੰ ਹੱਥ ਵੀ ਨਾ ਲਾਉਣ ਦਿੱਤਾ। ਹੁਣ ਅਰਮਾਨ ਦੀ ਵੀ ਸੱਸ ਘਰ ਦੇ ਵਿੱਚ ਹੀ ਰਹਿੰਦੀ ਆਪਣੀ ਧੀ ਦੀ ਦੇਖਭਾਲ ਦੇ ਲਈ, ਪਰ ਕੰਮ ਸਾਰਾ ਦਿਨ ਮਾਸੀ ਹੀ ਕਰਦੀ। ਮਾਸੀ ਦਾ ਸਰੀਰ ਵੀ ਟੁੱਟ ਗਿਆ ਸੀ। ਹੁਣ ਉਹ ਇੰਨਾ ਜ਼ਿਆਦਾ ਕੰਮ ਨਹੀਂ ਕਰ ਸਕਦੀ ਸੀ। ਉਹਨਾਂ ਨੂੰ ਬੁਖਾਰ ਹੋ ਗਿਆ, ਪਰ ਫਿਰ ਵੀ ਸਾਰਾ ਕੰਮ ਕਰਦੀ ਰਹਿੰਦੀ। ਪਰ ਕੱਲ੍ਹ ਉਹ ਅਚਾਨਕ ਬੇਹੋਸ਼ ਹੋ ਕੇ ਡਿੱਗ ਪਈ ਅਤੇ ਘਰ ਦੇ ਵਿੱਚ ਬਵਾਲ ਮੱਚ ਗਿਆ।
ਉਹ ਦੋਵੇਂ ਮਾਵਾਂ ਧੀਆਂ ਕਹਿਣ ਲੱਗੀਆਂ ਕਿ ਥੋੜ੍ਹਾ ਜਿਹਾ ਕੰਮ ਕੀ ਵੱਧ ਗਿਆ। ਇਸਨੇ ਦੇ ਨਾਟਕ ਸ਼ੁਰੂ ਹੋ ਗਏ। ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ। ਅਰਮਾਨ ਦੀ ਭੂਆ ਵੀ ਕਹਿਣ ਲੱਗੀ, ਇਸ ਦੀ ਤਾਂ ਆਦਤ ਹੈ, ਸ਼ੁਰੂ ਤੋਂ ਹੀ ਇਸ ਤਰ੍ਹਾਂ ਨਾਟਕ ਕਰਦੀ ਹੈ। ਬਹੁਤ ਰੋਈ। ਕੱਲ੍ਹ ਰਾਤ ਮਾਸੀ ਹਰਸ਼ ਨੂੰ ਫੋਨ ਕਰਕੇ ਇਹੀ ਸਾਰੀਆਂ ਗੱਲਾਂ ਦੱਸ ਰਹੀ ਸੀ, ਪਰ ਉਸਨੇ ਪੂਰੀ ਗੱਲ ਧਿਆਨ ਨਾਲ ਨਾ ਸੁਣੀ। ਉਸਨੇ ਸੋਚਿਆ ਕੱਲ੍ਹ ਜਾ ਕੇ ਆਪਾਂ ਮਿਲ ਆਵਾਂਗੇ, ਪਰ ਸ਼ਾਇਦ ਮਾਸੀ ਨੇ ਉਦੋਂ ਹੀ ਆਤਮ ਹੱਤਿਆ ਕਰਨ ਦਾ ਮਨ ਬਣਾ ਲਿਆ ਸੀ। ਜਦੋਂ ਉਸਦੀ ਲਾਸ਼ ਲੈ ਕੇ ਘਰ ਆਏ ਤਾਂ ਭੂਆ ਨੂੰ ਅਤੇ ਉਸਦੀ ਮਾਂ ਕਹਿਣ ਲੱਗੀਆਂ ਕਿ ਅੱਜ ਤੱਕ ਕੁਝ ਕੀਤਾ ਤਾਂ ਹੈ ਨਹੀਂ, ਇਸਨੇ ਆਤਮ ਹੱਤਿਆ ਕਰਕੇ ਬਦਨਾਮੀ ਦੇ ਗਈ, ਸਾਡਾ ਤਾਂ ਕੁਲ ਦਾ ਹੀ ਨਾਸ਼ ਕਰ ਗਈ, ਸਾਰੀ ਉਮਰ ਘਰ ਦੇ ਲਈ ਸ਼ਰਾਪ ਹੀ ਰਹੇਗੀ। ਹਾਂਜੀ ਦੋਸਤੋ, ਇਹ ਸੀ ਅੱਜ ਦੀ ਆਪਣੀ ਕਹਾਣੀ। ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਧੰਨਵਾਦ।